ਜਿਉਂ-ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਸਰਕਾਰੀ ਮੁਲਾਜ਼ਮਾਂ ਦਾ ਖਾਸ ਕਰਕੇ ਸਰਕਾਰ ਪ੍ਰਤੀ ਜੋ ਰੋਹ ਹੈਗਾ, ਜੋ ਉਹਨਾਂ ਦੇ ਰੋਸੇ ਹੈਗੇ ਨੇ, ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਅੱਜ ਤੁਸੀਂ ਦੇਖ ਸਕਦੇ ਹੋ ਇੱਕ ਧਰਨਾ ਹੋਰ ਲੱਗ ਚੁੱਕਿਆ ਹੈ ਇੱਥੇ 8 ਫੇਜ਼ ਦੇ ਵਿੱਚ, ਜੋ ਕਿ ਡਿਪਲੋਮਾ ਇੰਜੀਨੀਅਰ ਜਿਹੜੇ ਹੈਗੇ ਨੇ ਪੰਜਾਬ ਦੇ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਇਹਨਾਂ ਦੀਆਂ ਨਿਯੁਕਤੀਆਂ ਹੋਈਆਂ ਨੇ, ਇਹਨਾਂ ਦਾ ਵੀ ਸਰਕਾਰ ਪ੍ਰਤੀ ਪ੍ਰੋਟੈਸਟ ਸ਼ੁਰੂ ਹੋ ਗਿਆ। ਕੀ ਗੱਲ ਹੈ ਬਾਤ ਹੈ, ਇਹਨਾਂ ਨਾਲ ਗੱਲ ਕਰਕੇ ਪਤਾ ਕਰਦੇ ਹਾਂ। ਕੀ ਨਾਮ ਹੈ ਜੀ? ਮੇਰਾ ਨਾਮ ਜੀ ਕਮਰਜੀਤ ਸਿੰਘ ਮਾਨ ਹੈ ਜੀ। ਮੈਂ ਜਲ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਤੋਂ ਕਾਉਂਸਲ ਆਫ ਡਿਪਲੋਮਾ ਇੰਜੀਨੀਅਰ ਦੇ ਬਤੌਰ ਮਤਲਬ ਅਸੀਂ ਇੱਥੇ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਹਾਂ। ਇਹ ਸਰਦਾਰ ਸਾਹਿਬ ਤੁਸੀਂ ਹਾਰ ਪਾਏ ਹੋਏ ਨੇ ਗਲਾਂ ਦੇ ਵਿੱਚ, ਕੀ ਪ੍ਰੋਟੈਸਟ ਹੈ ਤੁਹਾਡਾ ਤੇ ਕਰ ਕੀ ਰਹੇ ਹੋ ਅੱਜ? ਸਾਡੇ ਜੀ ਇੱਕ ਤਾਂ ਜਿਹੜੇ ਗ੍ਰੇਡ ਪੇ ਨੇ ਉਹ ਸਰਕਾਰ ਵੱਲੋਂ 2011 ਦੇ ਵਿੱਚ ਜੋ ਵੀ ਸਾਨੂੰ ਮਿਲਿਆ ਸੀਗਾ ਉਹ ਸਰਕਾਰ ਨੇ ਸਾਰਾ ਜਿਹੜਾ ਹੈਗਾ ਉਹ ਘਟਾ ਕੇ ਸਾਨੂੰ ਸਾਰੇ ਗ੍ਰੇਡ ਪੇ ਨੇ ਸਾਡੇ ਘਟਾ ਤੇ ਬਾਕੀ ਜਿਹੜੇ ਭੱਤੇ ਨੇਗੇ ਸਰਕਾਰ ਵੱਲੋਂ ਉਹ ਡਬਲ ਕੀਤੇ ਗਏ ਸੀਗੇ। ਪਰ ਜਿਹੜਾ ਸਾਨੂੰ 30 ਲੀਟਰ ਪੈਟਰੋਲ ਮਿਲਦਾ ਸੀ ਸਰਕਾਰ ਦੇ ਵੱਲੋਂ ਉਹ ਵੀ ਖੋਹ ਲਿਆ ਗਿਆ ਹੈਗਾ, ਕਿਉਂਕਿ ਅਸੀਂ ਫੀਲਡ ਦੇ ਵਿੱਚ ਜਾਂਦੇ ਸੀਗੇ, ਉਹ ਸਾਨੂੰ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ, ਸਰਕਾਰ ਵੱਲੋਂ ਉਹ ਵੀ ਸਾਡੇ ਤੋਂ ਖੋਹ ਲਿਆ ਗਿਆ, ਜਿਸ ਕਰਕੇ ਜਿਹੜਾ ਸਮੁੱਚਾ ਇੰਜੀਨੀਅਰ ਵਰਗ ਹੈਗਾ ਉਹ ਸੜਕਾਂ 'ਤੇ ਹੈ। ਕੱਲ੍ਹ ਜਿਹੜੀ ਹੈਗੀ ਆ ਸਾਡੀ ਅਸੀਂ ਵਜੂਦ ਬਚਾਓ ਰੈਲੀ ਹੈ ਜਿਹੜੀ ਉਹ ਸਮੁੱਚਾ ਇੰਜੀਨੀਅਰ ਵਰਗ ਇਕੱਠਾ ਹੋ ਕੇ ਕਾਉਂਸਲ ਆਫ ਡਿਪਲੋਮਾ ਇੰਜੀਨੀਅਰ ਦੇ ਝੰਡੇ ਹੇਠ ਉਹ ਕੀਤੀ ਗਈ ਸੀ। ਉਸ ਤੋਂ ਬਾਅਦ ਜਿਹੜਾ ਹੈਗਾ ਭੁੱਖ ਹੜਤਾਲ ਹੈ 11 ਮੈਂਬਰਾਂ ਦੇ ਜਥੇ ਨੇ, ਜਿਹਦੇ ਵਿੱਚ ਅੰਮ੍ਰਿਤਸਰ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਜ਼ੋਨ ਵੱਲੋਂ ਉਹ ਅੱਜ ਅਸੀਂ ਬੈਠੇ ਹਾਂ। 24 ਘੰਟਿਆਂ ਦੇ ਵਿੱਚ ਸਾਡਾ ਇਹ ਦਿਨ ਬਰ ਦਿਨ ਜਿਹੜਾ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ। ਜੇਕਰ ਸਰਕਾਰ ਨੇ ਫਿਰ ਵੀ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਫਿਰ ਇਹ ਜਿਹੜਾ ਹੈਗਾ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਹੋਰ ਲਾਮਬੰਦ ਕਰਾਂਗੇ। ਕੱਲ੍ਹ ਚੰਨੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ, ਉਹਨਾਂ ਨੇ ਬਕਾਇਦਾ ਟੀਵੀ ਦੇ ਉੱਤੇ ਇਹ ਗੱਲ ਕਹੀ ਹੈ ਕਿ ਜੋ ਅਸੀਂ ਨਵੇਂ ਪੇ ਲਾਗੂ ਕੀਤੇ ਨੇ ਤੇ ਉਹਦੇ ਵਿੱਚ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੈ। 11% ਅਸੀਂ ਡੀਏ ਦੇ ਰਹੇ ਹਾਂ ਜਾਂ ਤਨਖਾਹਾਂ ਵਧਾ ਕੇ ਦੇ ਰਹੇ ਹਾਂ, 18,000 ਅਸੀਂ ਤਨਖਾਹਾਂ ਵਧਾਈਆਂ ਨੇ, ਉਹਦੇ ਵਿੱਚ ਕੀ ਸੱਚਾਈ ਹੈ? ਦੇਖੋ ਜੀ, ਜੇ ਚੰਨੀ ਸਾਹਿਬ ਕਹਿ ਰਹੇ ਨੇ ਵੀ ਉਹ ਮੁਲਾਜ਼ਮ ਖੁਸ਼ ਨੇ ਤਾਂ ਫਿਰ ਸਮੁੱਚਾ ਜਿਹੜਾ ਮੁਲਾਜ਼ਮ ਹੈ ਤਾਂ ਉਹ ਮੋਰਿੰਡੇ ਦੇ ਵਿੱਚ ਲਗਾਓ, ਸਮੁੱਚੇ ਪੰਜਾਬ 'ਚ ਲਗਾਓ। ਜੇ ਉਹ ਖੁਸ਼ ਹੈ ਤਾਂ ਸੜਕਾਂ 'ਤੇ ਕਿਉਂ ਹੈ? ਚੰਨੀ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ, ਜੇ ਸਮੁੱਚਾ ਮੁਲਾਜ਼ਮ ਵਰਗ ਹੈ ਜਿਹੜਾ ਖੁਸ਼ ਹੈ ਤਾਂ ਫਿਰ ਅਸੀਂ ਸੜਕਾਂ 'ਤੇ ਕਿਉਂ ਆ? ਸਮੁੱਚਾ ਇੰਜੀਨੀਅਰ ਵਰਗ ਹੈ, ਸਾਰੇ ਗਜ਼ਟਡ ਪੋਸਟਾਂ 'ਤੇ SDOs ਜੇਈਜ਼ ਸਾਰੇ ਅੱਜ ਸੜਕਾਂ 'ਤੇ ਬੈਠੇ ਆ, ਭੁੱਖ ਹੜਤਾਲ ਕਰ ਰਹੇ ਹਾਂ। ਅਸੀਂ ਘਰਾਂ ਤੋਂ ਇੱਥੇ ਕਿਉਂ ਬੈਠੇ ਹੋਏ? ਜੇ ਅਸੀਂ ਖੁਸ਼ ਹੋਈਏ ਤਾਂ ਫਿਰ ਅਸੀਂ ਇੱਥੇ ਕਿਉਂ ਬੈਠੀਏ? ਮਤਲਬ ਚੀਫ ਮਿਨਿਸਟਰ ਜੇ ਟੀਵੀ ਉੱਤੇ ਆ ਕੇ ਐਲਾਨ ਕਰ ਰਿਹਾ ਹੈ ਤਾਂ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਝੂਠ ਹੈਗਾ ਉਹ ਐਲਾਨਜੀਤ ਸਿੰਘ ਉਹਦਾ ਨਾਂ ਰੱਖਿਆ ਗਿਆ ਬਾਕੀ ਪਾਰਟੀਆਂ ਵੱਲੋਂ? ਨਹੀਂ, ਉਹ ਤਾਂ ਬੜਾ ਕੁਛ ਜੀ, ਵੀ ਮੁੱਖ ਮੰਤਰੀ ਚੰਨੀ ਮਸਲੇ ਕਰਦਾ ਹੱਲ। ਸਾਨੂੰ ਤਾਂ ਸਮਝ ਨਹੀਂ ਆਈ ਜੀ ਵੀ ਕਿਹੜੇ ਮਸਲੇ ਉਹਨਾਂ ਨੇ ਅੱਜ ਤੱਕ ਹੱਲ ਕੀਤੇ ਨੇ। ਜੇ ਕੋਈ ਹੱਲ ਕੀਤੇ ਨੇ ਸਾਨੂੰ ਦੱਸਣ। ਨੰਬਰ 2 'ਤੇ ਉਹ ਕਹਿ ਰਹੇ ਨੇ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੋਬਾਈਲ ਹੈ ਉਹ 24 ਘੰਟੇ ਖੁੱਲ੍ਹਾ ਰਹਿੰਦਾ, ਨਾ ਸਾਨੂੰ ਅੱਜ ਤੱਕ ਉਹ ਮੋਬਾਈਲ ਨੰਬਰ ਦਾ ਪਤਾ ਲੱਗਿਆ ਜਿਹੜਾ 24 ਘੰਟੇ ਖੁੱਲ੍ਹਾ ਰਹਿੰਦਾ ਜਿਹਦੇ 'ਤੇ ਅਸੀਂ ਗੱਲ ਕਰ ਸਕੀਏ। ਸਾਨੂੰ ਤਾਂ ਮੋਬਾਈਲ ਨੰਬਰ 'ਤੇ ਵੀ ਗੱਲ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਇੰਜੀਨੀਅਰ ਵਰਗ ਇੱਥੇ ਫੇਸ 7 ਦੀਆਂ ਲਾਈਟਾਂ 'ਤੇ ਬੈਠਾ ਹੈ ਅਤੇ ਹਜੇ ਤੱਕ ਉਹਨਾਂ ਨੂੰ ਜੇ ਆਵਾਜ਼ ਨਹੀਂ ਸੁਣ ਰਹੀ ਅਤੇ ਇਹਦੇ ਵਿੱਚ ਸਾਡਾ ਕੀ ਦੋਸ਼ ਹੈ? ਤੁਹਾਡੇ ਪੇ ਰੋਲ ਜਿਹੜੇ ਘਟਾ ਦਿੱਤੇ ਗਏ ਨੇ, ਪਹਿਲਾਂ ਕੀ ਸੀ ਤੇ ਹੁਣ ਕੀ ਮਿਲ ਰਿਹਾ ਤੁਹਾਨੂੰ? ਸਾਡੀ ਜਿਹੜੀ ਸਰਕਾਰ ਨੇ ਸਾਰੀਆਂ 2035-36 ਜਿਹੜੀਆਂ ਸੀਗੀਆਂ ਕਮੇਟੀਆਂ ਬਣਾਈਆਂ ਸੀ, ਜਿਹੜੇ ਬਣਾਏ ਸੀ ਡਿਪਾਰਟਮੈਂਟ ਸੀਗੇ, ਉਹਨਾਂ ਦੇ ਵਿੱਚ ਵੱਖਰੀ ਬਣਾਈਆਂ ਸੀ। ਉਹਦੇ 'ਚੋਂ ਸਾਡੀ ਜਿਹੜਾ ਪੇ ਸਕੇਲ ਹੈ ਹਰ ਇੱਕ ਤੋਂ ਡਿਫਰੈਂਟ ਕਰਕੇ ਸਾਡਾ 4800 ਗ੍ਰੇਡ ਪੇ ਕੀਤਾ ਗਿਆ ਸੀ ਜਈਆਂ ਦਾ, ਜਿਹੜਾ ਕਿ ਸਾਨੂੰ ਚਲੋ ਅਸੀਂ ਪੰਜਾਬ 'ਚ ਸਭ ਤੋਂ ਵਧੀਆ ਪੇ ਸਕੇਲ ਸਾਡੇ ਸੀਗੇ। ਔਰ ਅਸੀਂ ਜਿੰਨਾ ਡੈਡੀਕੇਸ਼ਨ ਨਾਲ ਕੰਮ ਸਾਡੇ ਜਈ ਭਰਾ ਕਰਦੇ ਸੀਗੇ, ਉਹ ਡੈਡੀਕੇਸ਼ਨ ਨੂੰ ਜਿੱਥੇ ਇਹਨਾਂ ਨੇ ਢਾਹ ਲਾਈ ਹੈ ਉੱਥੇ ਹੀ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਆਪਣੇ ਕੰਮ ਬੰਦ ਕਰੀਏ ਜਾਂ ਸਰਕਾਰ ਦਾ ਕੋਈ ਇਸ ਤਰ੍ਹਾਂ ਦਾ ਗੱਲ ਕਰੀਏ। ਪਰ ਸਰਕਾਰ ਨੂੰ ਅਸੀਂ ਜੁਲਾਈ ਮਹੀਨੇ ਤੋਂ ਲੱਗੇ ਹੋਏ ਹਾਂ ਮੈਮੋਰੰਡਮ ਦੇਣ, ਇੱਕ ਦਿਨ ਦਾ ਸਾਦਾ ਦੇਣ, ਇੱਕ ਦਿਨ ਦੀ ਰੈਲੀ ਕਰਨ ਵੀ ਚਲੋ ਸਰਕਾਰ ਸਾਨੂੰ ਕਿਸੇ ਤਰੀਕੇ ਸਾਡੀ ਜਿਹੜੀਆਂ ਮੰਗਾਂ ਨੇ ਡਿਮਾਂਡਾਂ ਨੇ ਉਹ ਕਿਸੇ ਤਰੀਕੇ ਨਾਲ ਮੰਨਣ। ਲੇਕਿਨ ਸਰਕਾਰ ਜਿਹੜੀ ਹੈ ਵੀ ਉਹ ਚਾਹੁੰਦੀ ਹੈ ਵੀ ਸਾਡੇ ਕੰਮ ਬੰਦ ਹੋਣ, ਸਾਡੇ ਡਿਵੈਲਪਮੈਂਟ ਦੇ ਕੰਮ ਬੰਦ ਹੋਣ। ਜਿਹੜੇ ਰੀੜ੍ਹ ਦੀ ਹੱਡੀ, ਜਿਨ੍ਹਾਂ ਨੂੰ ਜੇਈਆਂ ਨੂੰ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਵੀ ਉਹ ਰੀੜ੍ਹ ਦੀ ਹੱਡੀ ਵੀ ਆ ਕੇ ਸਾਡੀ ਲੱਕ ਤੋੜਨ ਤੇ ਆ ਕੇ ਸੜਕਾਂ 'ਤੇ ਬੈਠਣ ਤੇ ਤਾਂ ਇਹ ਡਿਮਾਂਡਾਂ ਮੰਨਣਗੇ। ਤੇ ਫਿਰ ਉਹਦੇ ਲਈ ਅਸੀਂ ਤਿਆਰ ਹੋ ਗਏ ਹਾਂ ਹੁਣ, ਕਿਉਂਕਿ ਹੁਣ ਸਰਕਾਰ ਦਾ ਵੀ ਜਾਂਦਾ ਟਾਈਮ ਹੈ। ਇਹਨਾਂ ਨੇ ਹੁਣ ਨਹੀਂ ਕੀਤਾ ਤੇ ਫਿਰ ਕਦੀ ਨਹੀਂ ਇਹ ਪੋਸੀਬਿਲਿਟੀ ਹੋ ਪਾਣੀ ਵੀ ਅਗਲੀ ਸਰਕਾਰ ਪਤਾ ਨਹੀਂ ਕਰੇ ਨਾ ਕਰੇ। ਲੇਕਿਨ ਸਾਡੇ ਤੋਂ ਉਮੀਦਾਂ ਕਰਦੇ ਨੇ ਵੀ ਕੰਮ ਵੀ ਸਾਰੇ ਪੂਰੇ ਹੋਣ, ਸਾਡੀਆਂ ਸਾਰੀਆਂ ਚੀਜ਼ਾਂ ਵੀ ਪੂਰੀਆਂ ਹੋਣ, ਬਕਾਇਦਾ ਹੋਣ, ਕੁਆਲਿਟੀ ਸ਼ੋਰ ਹੋਣ। ਤੇ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਸਾਨੂੰ ਜਿਹੜੇ ਸਾਡੀਆਂ ਡਿਮਾਂਡਾਂ ਨੇ ਉਹ ਦਿੱਤੀਆਂ ਡਿਮਾਂਡਾਂ ਜਿਹੜੀਆਂ ਅਸੀਂ ਨਵੀਂ ਨਹੀਂ ਕੋਈ ਮੰਗ ਰਹੇ, ਸਾਡੀਆਂ ਜਿਹੜੀਆਂ ਦਿੱਤੀਆਂ ਪਹਿਲਾਂ ਦੀਆਂ ਡਿਮਾਂਡਾਂ ਜਿਹੜੀਆਂ ਅਸੀਂ ਹਾਸਲ ਕੀਤੀਆਂ ਹੋਈਆਂ ਘੱਟੋ ਘੱਟ ਉਹ ਤਾਂ ਸਾਡੀਆਂ ਰਹਿਣ ਦਿਓ। ਨਵੀਂ ਕੁਛ ਨਹੀਂ ਦੇਣਾ ਨਾ ਦਿਓ, ਲੇਕਿਨ ਜਿਹੜੀਆਂ ਸਾਡੀਆਂ ਪਿਛਲੀਆਂ ਨੇ ਉਹਨਾਂ ਨੂੰ ਤਾਂ ਰੱਖਿਆ ਜਾਏ ਬਰਕਰਾਰ। ਇਹ ਸਾਡੀ ਡਿਮਾਂਡ ਹੈ, ਇਹ ਸਾਡੀ ਮੰਗ ਹੈ।
ਜੋ ਤੁਹਾਡੀਆਂ ਸਾਰੀਆਂ ਮੰਗਾਂ ਨੇ ਇੱਕ ਵਾਰੀ ਦੁਹਰਾ ਦਿਓ। ਇੱਕ ਸਭ ਤੋਂ ਵੱਡੀ ਤਾਂ ਸਾਡੀ ਮੰਗ ਹੈ ਜੀ, ਸਾਡਾ ਗ੍ਰੇਡ ਪੇ ਜਿਹੜਾ 4800 ਤੋਂ ਘਟਾ ਕੇ 3800 ਵਾਲੇ ਪਾਸੇ ਲੈ ਗਏ ਨੇ, ਉਹ ਤੇ ਸਾਨੂੰ ਬਹੁਤ ਰੋਸ਼ ਹੈ। ਦੂਜੀ ਡਿਮਾਂਡ ਸਾਡੀ ਜਿਹੜੀ ਹੈਗੀ ਹੈ ਪੈਟਰੋਲ ਦੀ ਹੈ, ਵੀ ਸਾਨੂੰ ਜਿਹੜਾ ਸਫਰੀ ਭੱਤਾ ਹੈ ਵੀ ਸਾਡੇ ਡਿਪਾਰਟਮੈਂਟ ਨੂੰ, ਸਾਡੇ ਜਿੰਨੇ ਜੇਈ ਭਰਾ ਨੇ, ਐਸਡੀਓ ਭਰਾ ਨੇ, ਐਸਡੀਓ ਕੋਲ ਗੱਡੀਆਂ ਨਹੀਂ ਹੈਗੀਆਂ, ਤੇਲ ਆਪਣੇ ਕੋਲੋਂ ਪਾਉਂਦੇ ਨੇ, ਸਾਈਟਾਂ ਤੇ ਜਾਂਦੇ ਨੇ, ਜੇਈ ਭਰਾ ਜਿਹੜੇ ਨੇ ਉਹ ਆਪਣੀ ਸਾਈਟਾਂ ਤੇ ਜਾ ਕੇ ਕੰਮ ਚੈੱਕ ਕਰਦੇ ਨੇ, ਕੁਆਲਿਟੀ ਅਸ਼ੋਰ ਕਰਦੇ ਨੇ। ਜੇ ਉਹਨਾਂ ਨੂੰ ਸਾਈਟਾਂ ਤੇ ਜਾਣ ਦਾ ਤੇਲ ਹੀ ਨਹੀਂ ਮਿਲੇਗਾ ਤੇ ਉਹ ਕਿੱਥੋਂ ਆਪਣਾ ਇੰਨਾ ਤੇਲ ਲਾ ਕੇ ਆਪਣੇ ਬੱਚੇ ਪਾਲਣਗੇ, ਆਪਣੇ ਹੋਰ ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨਗੇ, ਜਾਂ ਆਪਣਾ ਸਾਈਟਾਂ ਤੇ ਜਾ ਕੇ ਆਪਣੇ ਵੱਲੋਂ ਤੇਲ ਪਵਾਉਣਗੇ। ਇਹ ਦੋ ਤਿੰਨ ਚੀਜ਼ਾਂ। ਦੂਜੀ ਸਾਡੀ ਜਿਹੜੀ ਡਾਇਰੈਕਟ ਰਿਕਰੂਟਮੈਂਟ ਹੈ ਸਾਡੀ ਜਿਹੜੀ ਉਹ ਘਟਾਈ ਜਾਵੇ, ਸਾਡੇ ਕੋਟੇ ਵਧਾਈ ਜਾਣ, ਕਿਉਂਕਿ ਸਾਡਿਆਂ ਤੋਂ ਵਿੱਚੋਂ ਜੇਈ ਭਰਤੀ ਹੋ ਰਹੇ ਸੀ, ਜੇਈ ਰਿਟਾਇਰ ਹੋ ਰਹੇ ਸੀ। ਅਸੀਂ ਸਰਕਾਰ ਦਾ, ਪਿਛਲੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਸਡੀਓ ਵਾਲੇ ਸਾਡੇ ਕਈ ਜੇਈ ਐਸਡੀਓ ਵੀ ਬਣੇ। ਉਸ ਤੋਂ ਬਾਅਦ ਹੁਣ ਫਿਰ ਸਟੈਗਨੇਸ਼ਨ ਚਾਲੂ ਹੋ ਗਈ ਹੈ ਵੀ ਸਾਡੇ ਐਸਡੀਓ ਤੋਂ ਉੱਪਰ ਪੋਸਟਾਂ ਜਾ ਨਹੀਂ ਰਹੀਆਂ, ਐਕਸ਼ਨ ਨਹੀਂ ਬਣ ਰਹੇ, ਐਸਸੀ ਨਹੀਂ ਬਣ ਰਹੇ, ਉਹ ਪੋਸਟਾਂ ਵੀ ਸਾਡੀਆਂ ਦੁਆਰ ਵੀ ਸਾਡੇ ਖੋਲ੍ਹੇ ਜਾਣ। ਤੇ ਚੌਥਾ ਜਿਹੜਾ ਹੈਗਾ ਸਾਡੀ ਪੈਨਸ਼ਨ 2004 ਤੋਂ, ਕਿਉਂਕਿ ਸਟੇਟ ਦੇ ਅੰਡਰ ਆਉਂਦੀ ਹੈ, ਸਟੇਟ ਚਾਹੇ ਤਾਂ ਇਹਨੂੰ ਬਹਾਲ ਕਰ ਸਕਦੀ ਆ। ਅਸੀਂ ਇਹ ਲੜਾਈ ਵੀ ਕਹਿੰਦੇ ਆ ਵੀ ਸਾਡੇ ਜਿਹੜੇ ਫਿਊਚਰ ਆ ਵੀ ਇੰਨਾ ਸਾਲ ਬੰਦਾ ਜਿਹੜਾ ਇੱਕ ਸਰਕਾਰੀ ਜੌਬ ਕਰਕੇ ਸਰਕਾਰ ਦਾ ਇੰਨਾ, ਪੈਨਸ਼ਨਾਂ ਤਾਂ ਸਾਰਿਆਂ ਦੇ ਬੰਦ ਕੀਤੀਆਂ ਗਈਆਂ ਨੇ। ਹਾਂ ਆਪਣਾ ਸਾਰਿਆਂ ਦੀ ਬੰਦ ਕੀਤੀਆਂ, ਉਹ ਵੀ ਸਾਡਾ ਨਾਲ ਹੈਗਾ, ਸਾਰਾ ਸਾਂਝਾ ਮੁਲਾਜ਼ਮ ਦੇ ਨਾਲ ਵੀ ਅਸੀਂ ਖੜੇ ਹਾਂ। ਪਰ ਸਾਡੀ ਇੱਕ 10ਵੀਂ-25 ਸੀਗੀ ਵੀ 10 ਸਾਲ ਬਾਅਦ ਸਾਨੂੰ ਇੰਕਰੀਮੈਂਟ ਇੱਕ ਮਿਲਦਾ ਸੀ, ਫਿਰ 20 ਸਾਲ ਬਾਅਦ ਮਿਲਦਾ ਸੀ, ਫਿਰ 25 ਸਾਲ ਬਾਅਦ ਮਿਲਦਾ ਸੀ। ਉਹਦੇ ਲਈ ਵੀ ਅਜੇ ਸਰਕਾਰ ਸਾਇਲੈਂਟ ਹੈ, ਉਹਦਾ ਵੀ ਕੋਈ ਸਰਕਾਰ ਨੇ ਅਜੇ ਕਿਸੇ ਤਰ੍ਹਾਂ ਦਾ ਵੀ ਕੋਈ ਖੋਲ੍ਹਿਆ ਨਹੀਂ। ਉਹਨੂੰ ਵੀ ਸਰਕਾਰ ਖੋਲ੍ਹ ਕੇ ਸਾਨੂੰ ਦੱਸੇ ਵੀ 4/9/14 ਦੇ ਰਹੀ ਹੈ, ਵੀ 10ਵੀਂ-25 ਦੇ ਰਹੀ ਹੈ, ਉਹਨੂੰ ਸਪਸ਼ਟ ਕੀਤਾ ਜਾਏ। ਸਾਨੂੰ ਸਰਕਾਰ ਬਦਲੀ ਹੈ, ਸੀਐਮ ਸਾਹਿਬ ਬਦਲੇ ਨੇ, ਤਾਂ ਲੋਕਾਂ ਨੂੰ ਬੜੀਆਂ ਉਮੀਦਾਂ ਹੋਈਆਂ ਸੀ, ਤੁਹਾਨੂੰ ਵੀ ਹੋਣਗੀਆਂ। ਤੁਹਾਡੀ ਕਿਸੇ ਨੇ ਗੱਲਬਾਤ ਨਹੀਂ ਸੁਣੀ। ਇਹ ਜਿਹੜੀ ਤੁਸੀਂ ਲੜੀਵਾਰ ਭੁੱਖ ਹੜਤਾਲ ਕਰ ਰਹੇ ਹੋ, ਕਿੰਨੇ ਦਿਨ ਚੱਲੇਗੀ ਤੇ ਉਹ ਤੋਂ ਬਾਅਦ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਵੇਗਾ? ਹਾਂ, ਹਜੇ ਇਹ ਹੜਤਾਲ ਜਿਹੜੀ ਚੱਲੇਗੀ 12 ਤਰੀਕ ਤੋਂ ਚੱਲੇਗੀ ਲੜੀਵਾਰ। ਹਰ ਬੰਦੇ ਇੱਥੇ ਹਰ ਦਿਨ 11 ਬੰਦੇ ਭੁੱਖ ਹੜਤਾਲ ਤੇ ਬੈਠਦੇ ਆ, ਬਾਕੀ ਮੁਲਾਜ਼ਮ ਸਾਰੇ ਇਕੱਠੇ ਬੈਠਦੇ ਨਾਲ ਬੈਠਦੇ ਆ। ਤੇ 12 ਤਰੀਕ ਤਾਂ ਹੁਣ ਜਿਹੜਾ 6 ਤਰੀਕ ਨੂੰ ਇਹਨੇ ਟਾਈਮ ਦਿੱਤਾ ਮਿਲਣ ਦਾ ਪੀਐਸਸੀਐਮ ਨੇ, ਤੇ ਉਹਦੇ ਬਾਅਦ ਜੋ ਵੀ ਜਥੇਬੰਦੀ ਆਪਣਾ ਫੈਸਲਾ ਸੁਣਾਏਗੀ ਕਿ ਅੱਗੇ ਕੋਰਸ ਆਫ ਐਕਸ਼ਨ ਕੀ ਹੋਏਗਾ, ਉਹ ਆਪਾਂ ਜਾਰੀ ਰੱਖਾਂਗੇ। ਲੇਕਿਨ 12 ਤਰੀਕ ਤੱਕ ਇਹ ਭੁੱਖ ਹੜਤਾਲ ਜਿਹੜੀ ਸਟੇਜ ਤੇ ਆਪਾਂ ਇਹਨੂੰ ਕੰਟੀਨਿਊਸ ਕਰਾਂਗੇ। ਉਹਦੇ ਬਾਅਦ ਹੋਰ ਵੀ ਅਗਰ ਸਰਕਾਰ ਨਹੀਂ ਝੁਕੀ ਜਾਂ ਨਹੀਂ ਸਾਡੀਆਂ ਮੰਗਾਂ ਮੰਗੀਆਂ ਹੀ ਨਹੀਂ, ਤਾਂ ਅਸੀਂ ਇਹਨੂੰ ਧਰਨੇ ਨੂੰ ਹੋਰ ਜ਼ਿਆਦਾ ਤਿੱਖਾ ਕਰਾਂਗੇ। ਕੱਲ੍ਹ ਤੁਸੀਂ ਪ੍ਰੋਟੈਸਟ ਕਾਫੀ ਵੱਡਾ ਕੀਤਾ ਸੀ, ਆਇਆ ਕੋਈ ਮੈਮੋਰੈਂਡਮ ਲੈਣ? ਹਾਂਜੀ, ਮੈਮੋਰੈਂਡਮ ਲੈਣ ਤਾਂ ਆਪਣੇ ਐਡਮਿਨਿਸਟ੍ਰੇਸ਼ਨ ਦੇ ਬੰਦੇ ਲੈਣ ਵਾਸਤੇ ਆਪਾਂ ਗੱਲ ਇਹੀ ਹੋਈ ਸੀ ਕਿ ਅੱਗੇ ਵਾਸਤੇ ਜੋ ਵੀ ਆਪਣਾ ਇਹਨਾਂ ਮੰਗਾਂ ਦੇ ਬਾਰੇ, ਉਹਨਾਂ ਬਾਰੇ ਜਾਗਰੂਕ ਤਾਂ ਉਹਨਾਂ ਨੂੰ ਦਿੱਤੀ ਗਈ ਹੈ। 6 ਤਰੀਕ ਦਾ ਉਹਦਾ ਬਸ ਟਾਈਮ ਦਿੱਤਾ ਗਿਆ ਹੈ। ਕੰਸਰਨਡ ਡਿਪਾਰਟਮੈਂਟ ਨਾਲ ਕੋਈ ਗੱਲਬਾਤ ਜਾਂ ਸੀਐਮ ਨਾਲ ਮਿਲਾਉਣ ਦੀ ਕੋਈ ਗੱਲਬਾਤ? ਹਾਂਜੀ, ਉਹ ਗੱਲਬਾਤ ਹਜੇ ਚਾਲੂ ਹੈ ਜੀ, ਕਹਿੰਦੇ ਹਾਂ ਮਿਲਾਵਾਂਗੇ ਅਸੀਂ ਪੀਐਸਸੀਐਮ ਨਾਲ। ਇਹੀ ਗੱਲ ਵੀ 6 ਤਰੀਕ ਤੋਂ ਬਾਅਦ ਉਹ ਫੈਸਲਾ ਲਿਆ ਜਾਵੇਗਾ। ਦੇਖੋ, ਸਾਰੇ ਸਰਕਾਰੀ ਮੁਲਾਜ਼ਮ ਇਸ ਵਕਤ ਅਸੀਂ ਦੇਖ ਰਹੇ ਹਾਂ, ਕਿਸੇ ਨੂੰ ਹਰੇਕ ਨੂੰ ਕੋਈ ਨਾ ਕੋਈ ਇਤਰਾਜ਼ ਹੈਗਾ ਸਰਕਾਰ ਤੱਕ। ਪਰ ਜਦੋਂ 2022 ਦੀਆਂ ਚੋਣਾਂ ਆਉਂਦੀਆਂ ਨੇ, ਕੋਈ ਵੀ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ, ਅਸੀਂ ਫਿਰ ਇਹਨਾਂ ਲੋਕਾਂ ਨੂੰ ਵੋਟਾਂ ਪਾ ਦਿੰਦੇ ਹਾਂ। ਕੀ ਐਤਕੀ ਰੁੱਖ ਹੋਵੇਗਾ ਤੁਹਾਡੇ ਸਰਕਾਰੀ ਮੁਲਾਜ਼ਮਾਂ ਦਾ? ਦੇਖੋ, ਜਦੋਂ ਵੀ ਗੱਲ ਇਹ ਹੈ ਕਿ ਜਦੋਂ ਪੇ ਕਮਿਸ਼ਨ ਜਿਹੜਾ ਹੈਗਾ, ਪੇ ਕਮਿਸ਼ਨ 2006 ਤੋਂ ਪਹਿਲਾਂ ਲਾਗੂ ਹੋਏ ਸੀ, 2016 ਵਿੱਚ ਡਿਊ ਸੀ, ਠੀਕ ਹੈ ਜੀ। ਇਹ ਸਰਕਾਰ ਦੀ ਇਹ ਨੀਤੀ ਰਹਿੰਦੀ ਹੈ ਕਿ ਜੋ ਵੀ ਨਹੀਂ ਪੇ ਕਮਿਸ਼ਨ ਦੇਣਾ ਹੈ, ਉਹ ਜਦੋਂ ਵੋਟਾਂ ਆਉਣਗੀਆਂ ਉਦੋਂ ਹੀ ਦੇਣਾ ਹੈਗਾ। ਕਿ ਵੋਟਾਂ ਹੁਣ ਵੋਟਾਂ ਸਟਾਰਟ ਹੈ, 6 ਸਾਲ ਹੋ ਗਏ, 2016 ਤੋਂ ਲੈ ਕੇ 1 ਜਨਵਰੀ 2016 ਨੂੰ ਪੇ ਕਮਿਸ਼ਨ ਲਾਗੂ ਕਰਨਾ ਸੀ, ਲੇਕਿਨ ਹੁਣ 2022 ਆ ਰਿਹਾ, ਪੂਰੇ 6 ਸਾਲ ਹੋ ਗਏ। 6 ਸਾਲ ਦਾ ਸਰਕਾਰ ਦਾ ਇਹਦਾ ਮਤਲਬ ਮੰਤਵ ਹੀ ਨਹੀਂ ਹੈ ਦੇਣ ਦਾ। ਸਰਕਾਰ ਅਗਰ ਚਾਹੁੰਦੀ ਤਾਂ 2016 ਤੋਂ ਵੀ ਲਾਗੂ ਕਰ ਸਕਦੀ ਸੀ ਇਹਨੂੰ, 2016। ਹੁਣ 6 ਸਾਲ ਦਾ ਜਿਹੜਾ ਏਰੀਅਜ ਬਣਦਾ ਆਪਣਾ, ਜੋ 6 ਸਾਲ ਦੀ, ਉਹ ਸਰਕਾਰ ਉਹ ਵੀ ਖਾਏਗੀ। ਇਹਨਾਂ ਦੇ ਜਿਹੜੇ ਫੈਕਟਰਸ ਹੈਗੇ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਜਿਹੜੇ ਫੈਕਟਰ ਹੈਗੇ, ਸਰਕਾਰ ਨੇ ਕੀ ਕੀਤਾ, ਸਾਨੂੰ ਮੁਲਾਜ਼ਮਾਂ ਨੂੰ ਕਈ ਭਾਗਾਂ 'ਚ ਵੰਡਤਾ ਹੀ ਨਹੀਂ। ਕਿਸੇ ਨੂੰ 2.59 ਦੇ ਰਹੀ ਹੈ, ਕਿਸੇ ਨੂੰ 2.25 ਦੇ ਰਹੀ ਹੈ, ਤੇ ਕਿਸੇ ਨੂੰ ਹੁਣ ਫਿਰ ਅਗਰ ਮੰਨੇ ਨਹੀਂ ਤਾਂ 15% ਇਨਕਰੀਜ਼ ਹੈ ਕਿ ਸਾਨੂੰ ਨੋਸ਼ਨਲ ਪੇਮੈਂਟ ਵਧਾਉਣ ਦਾ ਇੱਕ ਹੋਰ ਇਹਨੇ ਵਾਅਦਾ ਕੀਤਾ ਹੈ ਜੋ ਸ਼ਾਇਦ ਕਰੇਗੀ। ਲੇਕਿਨ ਉਹਦੇ ਨਾਲ ਵੀ ਸਾਡੀਆਂ ਜਿਹੜੀਆਂ ਮੰਗਾਂ ਪੂਰੀ ਨਹੀਂ ਹੋਣੀਆਂ, ਉਹਦੇ ਨਾਲ ਵੀ ਸਾਨੂੰ ਘਾਟਾ ਪੈਂਦਾ। ਅਗਰ ਆਪਾਂ ਗੱਲ ਕਰੀਏ ਏਰੀਅਰ ਦੀ, ਜਿਹੜਾ 2.25 ਔਰ 15% ਇਨਕਰੀਜ਼ ਦਾ ਜਿਹੜਾ ਗੈਪ ਹੈਗਾ, ਉਹ ਸਾਨੂੰ ਸਰਕਾਰ ਨਹੀਂ ਦੇਗੀ, ਉਹਨੇ ਲੈਟਰ ਕੱਢਤਾ ਹੈਗਾ। ਲੇਕਿਨ ਅਗਰ ਅਸੀਂ ਮਿਨੀਮਮ ਜਿਹਨੀ ਦੀ 5 ਸਾਲ ਦੀ ਨੌਕਰੀ ਹੋ ਗਈ, ਜੇ ਕੈਲਕੂਲੇਸ਼ਨ ਕਰੀਏ ਤਾਂ ਮਿਨੀਮਮ 60-70 ਹਜ਼ਾਰ ਦਾ ਸਾਨੂੰ ਪਰ ਈਅਰ ਨੁਕਸਾਨ ਹੁੰਦਾ। ਤੇ ਜੇ ਟੋਟਲ ਇਨਕਰੀਮੈਂਟ ਲਗਾ ਕੇ ਤੇ ਹਰ ਮੁਲਾਜ਼ਮ ਨੂੰ ਮਿਨੀਮਮ ਜਿਹਦੀ 5 ਸਾਲ ਦੀ ਨੌਕਰੀ ਹੋ ਗਈ, ਉਹਦਾ 6 ਜਾਂ 7 ਲੱਖ ਰੁਪਏ ਦਾ ਨੁਕਸਾਨ ਦੇ ਰਹੀ ਹੈ ਸਰਕਾਰ, ਕਰ ਰਹੀ ਹੈ। ਤੇ ਹਰ ਮਹੀਨੇ ਜਿਸ ਤਰ੍ਹਾਂ ਅਸੀਂ ਕੈਲਕੂਲੇਟ ਕਰੀਏ ਤੇ ਹਰ ਮਹੀਨੇ 5 ਜਾਂ 7 ਹਜ਼ਾਰ ਬੇਸਿਕ ਪੇ ਦੇ ਵਿੱਚ ਡਿਫਰੈਂਸ ਆ ਰਿਹਾ। ਦੋ ਟੇਬਲ ਬਣਾਏ ਨਹੀਂ ਸਰਕਾਰ ਨੇ, ਟੇਬਲ 3800 ਦੇ ਵਿੱਚ ਸਾਨੂੰ ਫਿੱਟ ਕੀਤਾ ਤੇ ਇੱਕ 4800 ਟੇਬਲ ਹੈਗਾ। ਉਸ ਟੇਬਲ ਦੇ ਵਿੱਚ ਮਿਨੀਮਮ ਜੇ ਮੈਂ ਆਪਣੀ ਕੈਲਕੂਲੇਟ ਕਰਾਂ ਜਾਂ ਛੋਟੇ ਹਰ ਜਿਹੜਾ ਇਨੀਸ਼ੀਅਲ ਹੈ, ਜਿਹੜਾ ਜੇਈ ਦਾ ਸਕੇਲ ਹੈ 38500 ਤੇ ਉਹ 48200, 10000 ਦਾ ਡਿਫਰੈਂਸ ਆ ਰਿਹਾ। ਤੁਸੀਂ 48200 ਤੇ ਲਿਆ ਕੇ ਇਹਨੂੰ ਜੇਈ ਨੂੰ 38200 ਤੇ ਛੱਡਤਾ, ਤੇ ਕਿੱਥੇ ਜਿਹੜਾ ਆਪਣਾ ਜੇਈ ਮੁਲਾਜ਼ਮ ਸੀ
4800 ਗ੍ਰੇਡ ਪੇ ਸੀ, ਗਸਟਡ ਬੀ ਦੇ ਵਿੱਚ ਆਉਂਦਾ ਸੀ, ਉਹ ਗਸਟਡ ਬੀ ਕਲਾਸ ਦੇ ਵਿੱਚ, ਉਹਨੂੰ 3800 ਰੁਪਏ ਲਿਆ ਕੇ ਛੱਡਤਾ। ਅਸੀਂ ਜੇਈਆਂ ਕੋਲੋਂ ਜਿਹੜੀ ਸਰਕਾਰ ਆਸ ਕਰਦੀ ਹੈ ਉਹ ਕਰਦੀ ਹੈ ਕਿ ਜੇਈ ਫਾਈਨੈਂਸ ਦਾ ਵੀ ਕੰਮ ਕਰੇ, ਜੇਈ ਸੋਸ਼ਲ ਇੰਜੀਨੀਅਰ ਵੀ ਹੋਵੇ, ਜੇਈ ਸਾਈਟਾਂ ਤੇ ਹਰ ਰੋਜ਼ ਵੀ ਜਾਵੇ, ਜੇਈ ਪ੍ਰੋਵਾਈਡਿੰਗ ਐਂਡ ਫਿਕਸਿੰਗ ਦਾ ਕੰਮ ਕਰਾਂਗੇ। ਜਦੋਂ ਜੇਈ ਆਪਣੇ ਪੱਲੋਂ ਵੀ ਪੈਸਾ ਖਰਚ ਕਰੇ, ਅਸੀਂ ਆਪਣੇ ਪੱਲੋਂ ਪੈਸਾ ਖਰਚ ਕਰਕੇ ਸਰਕਾਰੀ ਗੱਡੀਆਂ ਸਾਨੂੰ ਮਿਲਦੀਆਂ ਨਹੀਂ ਹੈਗੀਆਂ, ਅਸੀਂ ਆਪਣੇ ਪੱਲੋਂ ਪੈਸਾ ਖਰਚ ਕਰਕੇ ਜਾਂਦੇ ਹਾਂ ਸਾਈਟਾਂ ਤੇ ਉਹਦੇ ਬਾਅਦ ਸਰਕਾਰ ਜਦੋਂ ਪੇ ਕਮਿਸ਼ਨ ਦੀ ਵਾਰੀ ਆਈ ਜੇਈਆਂ ਨੂੰ ਕੁਝ ਨਹੀਂ ਦੇ ਰਹੀਆਂ। ਮੇਰਾ ਆਖਰੀ ਸਵਾਲ ਹੈ ਜੀ ਕਿ ਇਹ ਸਾਰੇ ਮਸਲੇ ਚਾਹੇ ਕੋਈ ਰੈਗੂਲਰ ਇਨਕਮ ਦਾ ਹੈਗਾ, ਪ੍ਰਮੋਸ਼ਨ ਦਾ ਜਾਂ ਤੁਹਾਡੇ ਪੇ ਸਕੇਲ ਦਾ, ਇਹ ਜੁੜੇ ਹੋਏ ਨੇ ਸਟੇਟ ਐਕਸਚੈਕਰ ਨਾਲ। ਸਰਕਾਰਾਂ ਦੀ ਆਮਦਨ ਘਟ ਗਈ, ਉਹ ਆਪਣੀ ਆਮਦਨ ਵਧਾਈ ਜਾ ਰਹੇ ਨੇ। ਪੋਲੀਟੀਕਲ ਬੰਦਿਆਂ ਦੀਆਂ ਪੈਨਸ਼ਨਾਂ ਵੀ ਸ਼ੁਰੂ ਹੋ ਗਈਆਂ, ਉਹਨਾਂ ਦੀਆਂ ਤਨਖਾਹਾਂ ਵੀ 45,000 ਤੋਂ 1 ਲੱਖ ਇੱਕ ਐਮਐਲਏ ਦੀ ਤਨਖਾਹ ਕਰਤੀ ਹੋਈ ਹੈ 95,000 ਹੈ ਨਾ ਜੀ। ਤੇ ਸਰਕਾਰੀ ਮੁਲਾਜ਼ਮ ਜਿਹੜੇ ਤੁਸੀਂ ਸਾਰੇ ਉਮਰ ਸੇਵਾ ਕਰਦੇ ਹੋ ਇਹ ਘਟਾਤੇ ਉਹਨਾਂ ਨੇ। ਇਹ ਜੁੜਿਆ ਹੋਇਆ ਮਸਲਾ ਪੈਸੇ ਦੇ ਨਾਲ। ਜਿੰਨੇ ਪੈਸੇ ਵਾਲੇ ਮਹਿਕਮੇ ਹੈਗੇ ਨੇ, ਮਾਈਨਿੰਗ ਹੈ, ਰੇਤਾ ਹੈਗਾ, ਆਪਣਾ ਰੇਤਾ ਬਜਰੀ ਕਹਿ ਲਓ ਤੁਸੀਂ, ਜਾਂ ਐਕਸਾਈਜ਼ ਕਹਿ ਲਓ, ਜਾਂ ਤੁਸੀਂ ਕਹਿ ਲਓ ਆਪਣਾ ਕੇਬਲ ਮਾਫੀਆ ਵੀ ਵਿੱਚ ਲੈ ਲਓ, ਕਿਉਂਕਿ ਉਹ ਵੀ ਸਟੇਟ ਐਕਸਚੈਕਰ ਨੂੰ ਬਹੁਤ ਵੱਡਾ ਲਾਸ ਹੈਗਾ। ਇਹ ਸਾਰੇ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਨੇ। ਤੁਸੀਂ ਲੋਕ ਇਹਦੇ ਖਿਲਾਫ ਆਵਾਜ਼ ਨਹੀਂ ਉਠਾਉਂਦੇ, ਤੁਸੀਂ ਲੋਕ ਫਿਰ ਉਹਨਾਂ ਨੂੰ ਵੋਟਾਂ ਪਾ ਦਿੰਦੇ ਹੋ। ਇਹ ਮਸਲੇ ਕਿਉਂ ਨਹੀਂ ਚੱਕਦੇ? ਦੇਖੋ, ਜਿੱਥੇ ਮੁਲਾਜ਼ਮ ਦਾ ਅਧਿਕਾਰ ਹੈਗਾ, ਹਰ ਮੁਲਾਜ਼ਮ ਜਿਹੜਾ ਕੋਈ ਵੀ ਹੈ ਉਹ ਆਪਣੇ ਲਿਮਿਟ ਦੇ ਵਿੱਚ ਹੈ, ਅਧਿਕਾਰ ਖੇਤਰ ਦੇ ਵਿੱਚ ਹੈ, ਜਿਹੜੀ ਉਹਦੀ ਬਾਉਂਡਰੀ ਹੈਗੀ ਆਪਣਾ ਮੁਲਾਜ਼ਮ ਉਹਨੂੰ ਕ੍ਰੋਸ ਨਹੀਂ ਕਰਦਾ ਹੈਗਾ। ਮੈਂ ਵੋਟਿੰਗ ਦੀ ਗੱਲ ਕਰ ਰਿਹਾ ਜੀ, ਮੈਂ ਪ੍ਰੋਟੈਸਟ ਦੀ ਗੱਲ ਨਹੀਂ ਕਰ ਰਿਹਾ। ਮੈਂ ਗੱਲ ਕਰ ਰਿਹਾ, ਅਸੀਂ ਪਬਲਿਕ ਨੂੰ ਆਮ ਪਬਲਿਕ ਨੂੰ ਇਹਨਾਂ ਬਾਰੇ ਅਸੀਂ ਚਰਚਾ ਨਹੀਂ ਕਰ ਸਕਦੇ ਕਿ ਅਸੀਂ ਉਹਨੂੰ ਵੋਟ ਦਿਓ ਜੀ, ਉਹਨੂੰ ਵੋਟ ਦਿਓ। ਹਾਂ, ਉਹ ਸਾਡੀ ਅਸੀਂ ਜਿਹੜਾ ਮੁਲਾਜ਼ਮ ਹੈ ਉਹਨੂੰ ਸਰਕਾਰ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ, ਅਸੀਂ ਰਣਨੀਤੀ ਤੈਅ ਕਰਾਂਗੇ। ਅਸੀਂ ਸਾਂਝਾ ਮੁਲਾਜ਼ਮ ਮੰਚ ਹੈ ਜਿਹੜਾ, ਉਹਦੇ ਨਾਲ ਅਸੀਂ ਮਿਲ ਕੇ, ਤੇ ਹੁਣ ਜਿਵੇਂ ਮਨਪ੍ਰੀਤ ਬਾਦਲ ਹੈ, ਇਹ ਖੜਾ ਹੋ ਕੇ ਦੇਖੇ ਕਿੱਥੋਂ ਖੜਾ ਹੋਏਗਾ, ਅਸੀਂ ਉੱਥੇ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਤੇ ਦੇਖਾਂਗੇ ਕਿਵੇਂ ਸਰਕਾਰ ਵੋਟਾਂ ਲੈ ਕੇ ਇਹ ਮੰਤਰੀ ਬਣੇਗਾ। ਅਸੀਂ ਪੂਰੀ ਤਰ੍ਹਾਂ ਜਿਹੜਾ ਹੈਗਾ ਇਹਦਾ ਪੀਪਾ ਮੁੱਦਾ ਮਾਰਾਂਗੇ। ਜਿੱਥੇ ਵੀ ਜਾਏਗਾ ਇਹ, ਜਿੱਥੋਂ ਵੀ ਖੜਾ ਹੋਏਗਾ, ਉੱਥੇ ਜਾ ਕੇ ਲੋਕਾਂ ਨੂੰ ਇਹਦੀਆਂ ਕਰਤੂਤਾਂ ਨੇ ਜਿਹੜੀਆਂ ਉਹਦੇ ਬਾਰੇ ਦੱਸਾਂਗੇ, ਤੇ ਕਿਵੇਂ ਇਹ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਕਿਸੇ ਵੀ ਉਹ 'ਤੇ ਕੱਟ ਲਾ ਰਿਹਾ ਹੈ। ਤੇ ਦੂਜੇ ਪਾਸੇ ਇਹ ਮੰਤਰੀਆਂ ਦੀਆਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਕੋਈ ਪੈਨਸ਼ਨਾਂ ਦੇ ਸੰਬੰਧ ਦੇ ਵਿੱਚ, ਉਹਨਾਂ ਦੀਆਂ ਤਨਖਾਹਾਂ ਦੇ ਸੰਬੰਧ ਦੇ ਵਿੱਚ, ਉੱਥੇ ਇਹਦਾ ਖਜ਼ਾਨਾ ਕਿਉਂ ਨਹੀਂ ਖਾਲੀ ਹੁੰਦਾ? ਤੇ ਜਿਵੇਂ ਇਹ ਮਾਫੀਏ ਨੇਗੇ, ਮਾਫੀਆ ਇਹਨਾਂ ਨੇ ਇਹ ਜਿਹੜਾ ਹੈਗਾ ਆਪਣਾ ਸਰਕਾਰ ਦੇ ਉੱਪਰ ਚੂਨਾ ਲਾ ਰਹੇ ਨੇ, ਉੱਥੇ ਕਿਉਂ ਨਹੀਂ ਬੋਲ ਰਿਹਾ? ਅਸੀਂ ਇਹਨੂੰ ਪੁੱਛਣਾ ਚਾਹੁੰਦੇ ਹਾਂ, ਉੱਥੇ ਵੀ ਇਹ ਸਰਕਾਰ ਦੇ ਵਿਰੁੱਧ ਕਿਉਂ ਨਹੀਂ ਬੋਲ ਰਿਹਾ? ਉਹਨਾਂ ਮੰਤਰੀਆਂ ਦੇ ਖਿਲਾਫ ਕਿਉਂ ਨਹੀਂ ਬੋਲ ਰਿਹਾ? ਉੱਥੇ ਵੀ ਬੋਲੇ, ਫਿਰ ਅਸੀਂ ਇਹਨੂੰ ਸਮਝੀਏ ਵੀ ਇਹ ਮੰਤਰੀ ਹੈਗਾ ਜਿਹੜਾ ਇਹ ਸਰਕਾਰ ਬਾਰੇ ਸੋਚ ਰਿਹਾ। ਸ਼ੁਕਰੀਆ ਜੀ। ਸੋ ਇਹ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਜਿੰਨੇ ਵੀ ਮੰਗਾਂ ਹੈਗੀਆਂ ਪੈਸੇ ਨਾਲ ਜੁੜੀਆਂ ਹੋਈਆਂ ਨੇ, ਤੇ ਪੈਸੇ ਵਾਲੇ ਜਿੰਨੇ ਵੀ ਮਹਿਕਮੇ ਹੈਗੇ ਨੇ ਜਿਨ੍ਹਾਂ ਨਾਲ ਸਟੇਟ ਨੂੰ ਆਮਦਨ ਹੁੰਦੀ ਹੈ, ਉਹ ਸਾਰੇ ਸਰਕਾਰੀ ਮੁਲਾਜ਼ਮਾਂ ਨੇ ਆਪਣੀਆਂ ਜੋ ਸਰਕਾਰ ਹੈਗੀ ਉਹਨਾਂ ਦੀਆਂ ਕਾਲੀਆਂ ਭੇਡਾਂ ਸਾਰੇ ਮਹਿਕਮਿਆਂ ਦੇ ਵਿੱਚ ਕੰਮ ਕਰਦੀਆਂ ਨੇ। ਇੱਕ ਮਾਫੀਆ ਦੀ ਤਰ੍ਹਾਂ ਕੰਮ ਹੋ ਰਿਹਾ। ਸੋ ਇਹ ਲੋਕ ਇਸ ਵਾਰ ਮਨ ਬਣਾ ਕੇ ਬੈਠੇ ਨੇ ਕਿ ਜਦ ਵੋਟਾਂ ਪੈਣਗੀਆਂ ਤਾਂ ਇਸ ਵਾਰ ਸਰਕਾਰ ਨੂੰ ਜ਼ਰੂਰ ਕੁਛ ਨਾ ਕੁਛ ਸੈਟਬੈਕ ਮਾਰਿਆ ਜਾਵੇਗਾ, ਤਾਂ ਕਿ ਉਹ ਅੱਗੇ ਤੋਂ ਸਰਕਾਰੀ ਮੁਲਾਜ਼ਮਾਂ ਦੀਆਂ ਜੋ ਮੰਗਾਂ ਨੇ ਉਹ ਟਾਈਮ ਸਿਰ ਜ਼ਰੂਰ ਪੂਰੀਆਂ ਕਰਨ। कैमरामैन दविंदर दे नाल सुशील गर्चा, दैनिक सवेरा, मोहाली। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ करो बाबा सलीम खान 98 199 37 467। ਨਾ ਤੂੰ ਫੇਰ ਝੰਡਾ ਚੁੱਕ ਲਿਆ। ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ। ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ। ਸਵਾ ਕਰਜ਼ਾ ਮਾਫ ਕਰਨਾ ਤੇ ਦੂਰ,
ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜਤੀ ਦੇ ਤਰਲੇ ਕਰ ਕਰਕੇ ਮਸਾਂ ਹੀ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ, ਦਾਲ, ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ ਹੈ। ਹੁਣ ਕਰੀਏ ਕੀ? ਕਰਨਾ ਕੀ ਹੈ? ਐਤਕੀ ਉਹਦੀ ਬਾਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ।